सत श्री अकाल जी। सत श्री अकाल जनाब उत्थे लाश पई है जी। लाश? हाँ जी। वो कित्थे पई है लाश? जी कूड़ा डिपो ते मैं उत्थे चौकीदार हाँ जी, कोई बोरी च पा के सुट गया जी। तो कोई लाश सुट गया? कौन सुट के गया? जनाब मैनू तो पता नहीं जी। ओए चले आप बाद च देखते हैं, पहले जाके लाश बरामद करिए। चल बखा कित्थे ओए। ਪੁਲਿਸ ਕਾਲੂ ਰਾਮ ਨੂੰ ਨਾਲ ਲੈ ਕੇ ਲਾਸ਼ ਦੀ ਬਰਾਮਦਗੀ ਲਈ ਰਵਾਨਾ ਹੋਈ। ਤੇਜ਼ਾਬ ਨਾਲ ਸੜੀ ਲਾਸ਼ ਨੂੰ ਕੂੜੇ ਡਿਪੂ ਵਿੱਚੋਂ ਬਰਾਮਦ ਕਰਕੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। देखो मांगट, असल कहानी तो पोस्टमार्टम की रिपोर्ट तो बाद ही पता लगू। कातल ने लाश का सिर इस करके वढ़िया कि लाश की पहचान ना हो सके, पर कातल ने लाश दी बाहां क्यों वढ़िया, ये गल मेरी समझ तो बाहर है। जनाब यो मैं सोच रहा कातल ने बाहां क्यों वढ़िया? लाश की शनाख्त बहुत जरूरी है, ये नाल ही जुड़ी है कातल की शनाख्त। और कालू रामा पहला तू ये दस भी वो लाश इत्थे सुट के कौन गया सी? जनाब कूड़ा डिपो में सारे सफाई सर्वे की कूड़ा सुटन आंदे ने ते ये लाश कौन सुट गया मैनू तो कुछ पता नहीं जी। ओए तो तेनू याद करना ही पैना है, क्योंकि लाश की शनाख्त बहुत जरूरी है। ये पता कर भी ये लाश केड़े इलाके चो आई है ते कौन सुट के गया है, ये सिर्फ सानू तू दस सकदा है। जद मैं लाश देखी है जी मेरे तो होश ही उड़ गए उस दिन दे, मैनू कुछ समा दो सोचने लई। ठीक है तेनू 2 दिन दत्ते, 2 दिनां विच सानू उस आदमी का पता दस जिहड़ा लाश सुट के गया है। जे तू ओहदा नां नहीं दसदा ना, ਇਹਦਾ मतलब तू जानबूझ के सानू भंबल पूसे च पा रहा है, ते फिर तेरा की हशर होएगा ये तू चंगी तरह जानदा है। समझ गया ना? जनाब माई बाप सत श्री अकाल जनाब। ओए कालू रामा, ओए उस बंदे का पता लग्या कि नहीं जिहड़ा उत्थे लाश सुट के गया सी? हाँ जी जनाब, ये है राजू, उस इलाके का कर्मचारी, यही सुट के गया सी जी बोरी। अच्छा फिर ऐ क्यों नहीं कहना ਇਹਨੇ ਕੀਤਾ ਕਤਲ? जनाब वो बोरी मैं सिटी जरूर सी, पर ਉਹਦੇ ਵਿੱਚ ਕੀ ਹੈ ਇਸ ਬਾਰੇ ਮੈਨੂੰ ਬਿਲਕੁਲ ਨਹੀਂ ਸੀ ਪਤਾ ਜੀ। ओए सच सच दस तू वो बोरी चक्की कित्थों सी? जनाब वो मैनू एक बाऊ ने चुकाई सी खाली प्लाट चों, मैनू कहता ਇਹਨੂੰ ਕਿਤੇ दूर सिटिया। जनाब ਉਹਨੇ ਮੈਨੂੰ 80 रुपए देने का लालच भी दिता। जनाब गरीब बंदा मैं पैसे के लालच में आ गया, पर मैं कतल नहीं किया जनाब, मैं कतल नहीं किया। गल सुन ओए, जदों तू बोरी चुकी और तेनू पता नहीं लग्या उस बंदे दी लाश है? जनाब ਉਹਦੇ ਵਿੱਚ ਬੂ ਤਾਂ ਆ ਰਹੀ ਸੀ,
ਪਰ ਮੈਂ ਸੋਚਿਆ ਵੀ ਕੋਈ ਮਰਿਆ ਹੋਇਆ ਜਾਨਵਰ ਹੋ। ਉਹ ਠੀਕ ਹੈ ਉਸ ਬਾਊ ਦਾ ਆਤਾ ਪਤਾ ਜਾਣਦਾ ਕੋਈ? ਹਾਂ ਜਨਾਬ, ਮੈਂ ਜਾਣਦਾ। ਮੈਂ ਲੈ ਕੇ ਚੱਲਾਂਗੇ ਤੁਹਾਨੂੰ ਉੱਥੇ। ਮੰਗੜ ਇਹਨੂੰ ਨਾਲ ਲੈ ਕੇ ਜਾਓ, ਸਿਪਾਹੀ ਨੂੰ ਨਾਲ ਲੈ ਜਾ। ਉਸ ਬਾਬੂ ਨੂੰ ਇਹ ਥਾਣੇ ਹਾਜ਼ਰ ਕਰੋ ਜਿਹਨੇ ਲਾਸ਼ ਚਕਵਾਈ ਹੈ। ਠੀਕ ਹੈ ਜਨਾਬ, ਚਲੋ ਓਏ ਕਰੋ। ਮੁਲਾਜ਼ਮ ਆਇਆ ਬਈ। ਉਸ ਲਾਸ਼ ਦੀ ਸ਼ਨਾਖਤ ਇਹ ਉਹ ਬੰਦਾ ਜਨਾਬ। ਨਮਸਤੇ ਜਨਾਬ। ਤਾਂ ਉਸ ਖਾਲੀ ਪਲਾਟ ਚੋਂ ਲਾਸ਼ ਵਾਲੀ ਬੋਰੀ ਤੁਸੀਂ ਚਕਵਾਈ ਸੀ? ਜੀ ਜਨਾਬ, ਮੈਂ ਹੀ ਚੁਕਾਈ ਸੀ, ਪਰ ਉਹਦੇ ਚ ਲਾਸ਼ ਸੀ। ਮੈਨੂੰ ਇਸ ਚੀਜ਼ ਦਾ ਨਹੀਂ ਪਤਾ। ਹੁਣ ਤਾਂ ਪਤਾ ਲੱਗ ਗਿਆ ਨਾ? ਜੀ ਜਨਾਬ, ਫੇਰ? ਉਹ ਤਾਂ ਮੈਨੂੰ ਪਿਛਲੇ 2 ਦਿਨਾਂ ਤੋਂ ਅਖਬਾਰ ਪੜ੍ਹ ਕੇ ਹੀ ਪਤਾ ਲੱਗ ਗਿਆ ਸੀ, ਹਾਂ, ਤੇ ਇਸੇ ਲਈ ਮੈਂ 2 ਦਿਨ ਤੋਂ ਇਹ ਸੂਹ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ ਵੀ ਇਹ ਲਾਸ਼ ਕਿਸ ਦੀ ਹੋ ਸਕਦੀ ਹੈ। ਅੱਛਾ, ਕੀ ਪਤਾ ਲੱਗਿਆ ਫਿਰ? ਇੱਕ NRI ਹੈ ਮੱਖਣ ਸਿੰਘ, ਪਿਛਲੇ ਕੁਝ ਦਿਨਾਂ ਤੋਂ ਦੁਬਈ ਤੋਂ ਆਪਣੇ ਘਰ ਆਇਆ ਹੋਇਆ, ਪਰ ਹੁਣ 2-3 ਦਿਨ ਤੋਂ ਦਿਖ ਨਹੀਂ ਰਿਹਾ ਕਿੱਥੇ ਹੈ। ਮੱਖਣ ਸਿੰਘ ਜੀ ਕਿੱਥੇ ਰਹਿੰਦਾ, ਤੁਸੀਂ ਜਾਣਦੇ ਹੋ ਉਹਨੂੰ? ਜੀ ਜਨਾਬ। ਚਲੋ ਫਿਰ ਸਾਨੂੰ ਉਹਦੇ ਘਰ ਲੈ ਕੇ ਚਲੋ। ਚਲੋ ਜਨਾਬ। ਚੱਲ ਵੀ ਮੰਗਟ। ਚਲੋ ਬਈ। ਹਾਂਜੀ ਦੱਸੋ। ਮੱਖਣ ਸਿੰਘ ਨੂੰ ਮਿਲਣਾ ਸੀ। ਉਹ ਤਾਂ ਦੁਬਈ ਚਲੇ ਗਏ। ਦੁਬਈ ਚਲੇ ਗਏ? ਪਿਛਲੇ ਹਫਤੇ ਤਾਂ ਹਲੇ ਉਰੇ ਹੀ ਸੀਗੇ। ਉਹ 4 ਦਿਨ ਪਹਿਲਾਂ ਹੀ ਗਏ ਨੇ। ਤੁਸੀਂ ਸੱਚ ਕਹਿ ਰਹੇ ਹੋ ਮੈਡਮ? ਮੈਂ ਭਲਾ ਝੂਠ ਕਿਉਂ ਬੋਲਾਂਗੀ? ਤੁਹਾਡੇ ਨਾਲ ਵਾਲੇ ਖਾਲੀ ਪਲਾਟ 'ਚ ਇੱਕ ਸਿਰਵੱਡੀ ਲਾਸ਼ ਮਿਲੀ ਹੈ। ਇਸ ਗੱਲ ਦਾ ਮੇਰੇ ਨਾਲ ਕੀ ਤਾਲੁਕ? ਤਾਲੁਕ ਹੋ ਵੀ ਸਕਦਾ ਮੈਡਮ। ਦੇਖੋ, ਮੈਂ ਇੱਕ ਟੀਚਰ ਹਾਂ, ਹੁਣੇ ਸਕੂਲ 'ਚ ਬੱਚਿਆਂ ਨਾਲ ਮੱਥਾ ਮਾਰ ਕੇ ਆਈ ਹਾਂ। ਹੁਣ ਮੈਨੂੰ ਕੁਝ ਰੈਸਟ ਦੀ ਲੋੜ ਹੈ। ਜੇ ਤੁਸੀਂ ਮੈਨੂੰ ਕੁਝ ਪੁੱਛਣਾ ਹੈ ਤਾਂ 2 ਘੰਟੇ ਬਾਅਦ ਆ ਸਕਦੇ ਹੋ। ਓਕੇ ਨੋ ਪ੍ਰੋਬਲਮ। ਤੁਸੀਂ ਰੈਸਟ ਕਰੋ ਮੈਡਮ, ਅਸੀਂ 2 ਘੰਟੇ ਬਾਅਦ ਆ ਜਾਵਾਂਗੇ। ਇੱਕ ਮਿੰਟ ਮੈਡਮ। ਤੁਹਾਡੇ ਪੈਰ ਤੇ ਕੀ ਹੋਇਆ? ਉਹੀ ਜਰਾ ਸੱਟ ਲੱਗ ਗਈ ਸੀ। ਅਗੇ ਸੱਟ ਲੱਗੀ ਹੈ ਮੇਰੇ ਪੈਰ ਤੇ। ਤੁਸੀਂ ਤਾਂ ਮੈਨੂੰ ਇਉਂ ਦੇਖ ਰਹੇ ਹੋ ਜਿਵੇਂ ਮੈਂ ਕੋਈ ਕਤਲ ਕੀਤਾ ਹੁੰਦਾ ਹੈ। ਹਾਂ ਮੈਡਮ, ਇਹ ਕਤਲ ਤੁਸੀਂ ਕੀਤਾ। ਕੌਣ ਗ੍ਰਿਫਤਾਰ? ਦੇ ਪੈਰ ਤੇ ਉਹੀ ਸੱਟ ਲੱਗੀ ਸੀ। ਇਸ ਵਾਰਦਾਤ ਦੀ ਪੂਰੀ ਕਹਾਣੀ ਸੱਚੀ ਦੱਸ ਦੇ, ਨਹੀਂ ਤਾਂ ਫੇਰ। ਮੇਰੇ ਘਰ ਵਾਲੇ ਮੱਖਣ ਸਿੰਘ ਦਾ ਕੋਈ ਖਾਸ ਕੰਮਕਾਜ ਨਹੀਂ ਸੀ, ਇਸੇ ਲਈ ਘਰ ਦਾ ਗੁਜ਼ਾਰਾ ਚਲਾਉਣ ਲਈ ਮੈਂ ਇੱਕ ਸਕੂਲ 'ਚ ਨੌਕਰੀ ਕਰ ਲਈ। ਇਸ ਦੇ ਬਾਵਜੂਦ ਵੀ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲਦਾ ਸੀ। ਇਸੇ ਦੌਰਾਨ ਮੈਂ 2 ਬੱਚੀਆਂ ਦੀ ਮਾਂ ਬਣ ਗਈ। ਫਿਰ ਇੱਕ ਵਾਰ ਅੱਜ ਤੋਂ 5 ਸਾਲ ਪਹਿਲਾਂ ਮੱਖਣ ਸਿੰਘ ਨੂੰ ਦੁਬਈ ਜਾਣ ਦਾ ਮੌਕਾ ਮਿਲਿਆ।
ਜਦੋਂ ਉਸਨੇ ਇਹ ਖੁਸ਼ਖਬਰੀ ਮੈਨੂੰ ਸੁਣਾਈ ਤਾਂ ਮੇਰੇ ਸੁਪਨਿਆਂ ਨੂੰ ਜਿਵੇਂ ਖੰਭ ਲੱਗ ਗਏ। ਜੀ ਕੁਝ ਸਮੇਂ ਦੀ ਦੂਰੀ ਹੈ, ਉਹ ਆਪਾਂ ਔਖੇ ਸੌਖੇ ਜਰ ਲਈਏ। ਨਾਲੇ ਬੰਦਾ ਔਲਾਦ ਲਈ ਕੀ ਨਹੀਂ ਕਰਦਾ। 5-7 ਸਾਲ ਲਾ ਕੇ ਤੁਸੀਂ ਦੁਬਈ ਤੋਂ ਵਾਪਸ ਆ ਜਾਇਓ, ਫਿਰ ਸਾਡੇ ਕੋਲ ਚੰਗਾ ਪੈਸਾ ਹੋਵੇਗਾ, ਸਾਡੀਆਂ ਬੱਚੀਆਂ ਚੰਗੀ ਸਿੱਖਿਆ ਲੈ ਸਕਣਗੀਆਂ। ਆਪਾਂ ਇਹਨਾਂ ਦੇ ਵਿਆਹ ਧੂਮ-ਧਾਮ ਨਾਲ ਕਰਾਂਗੇ। ਸ਼ਾਬਾਸ਼ ਕੋਮਲ, ਤੂੰ ਤਾਂ ਬਹੁਤ ਹੀ ਹੌਸਲੇ ਵਾਲੀ ਹੈ। ਮੈਂ ਤਾਂ ਸੋਚਦਾ ਸੀ ਕਿ ਸ਼ਾਇਦ ਤੂੰ ਮੈਨੂੰ ਜਾਣ ਹੀ ਨਾ ਦੇਵੇਂ, ਪਰ ਤੇਰੀਆਂ ਗੱਲਾਂ ਨੇ ਤਾਂ ਮੇਰੇ ਡਾਵਾਡੋਲ ਚਿੱਤ ਨੂੰ ਵੀ ਸਥਿਰ ਕਰ ਦਿੱਤਾ ਹੈ। ਸ਼ਾਬਾਸ਼। ਅੱਛਾ ਕੋਮਲ, ਬੱਚਿਆਂ ਦਾ ਖਿਆਲ ਰੱਖੀ। ਚਲੋ ਬੇਟਾ। ਤੁਸੀਂ ਵੀ ਆਪਣਾ ਖਿਆਲ ਰੱਖਣਾ। अच्छा अच्छा, मैं चलता है। ਜਦੋਂ ਤੱਕ ਢਿੱਡ ਦੀ ਭੁੱਖ ਸ਼ਾਂਤ ਨਹੀਂ ਹੁੰਦੀ, ਸਰੀਰ ਦੀ ਭੁੱਖ ਵੀ ਮਹਿਸੂਸ ਨਹੀਂ ਹੁੰਦੀ। ਢਿੱਡ ਦੀ ਭੁੱਖ ਸ਼ਾਂਤ ਹੁੰਦੇ ਹੀ ਸਰੀਰ ਦੀ ਭੁੱਖ ਸਤਾਉਣ ਲੱਗਦੀ ਹੈ। ਮੇਰੇ ਨਾਲ ਵੀ ਇਦਾਂ ਹੀ ਹੋਇਆ। ਮੱਖਣ ਸਿੰਘ ਪੈਸੇ ਭੇਜਣ ਲੱਗਿਆ ਤਾਂ ਸਾਡੀ ਆਰਥਿਕ ਤੰਗੀ ਮੁੱਕ ਗਈ। ਮੇਰੀਆਂ ਉਮੰਗਾਂ ਜਾਗ ਪਈਆਂ। ਮੇਰਾ ਵੀ ਜੀ ਕਰਦਾ ਕਿ ਕੋਈ ਮੈਨੂੰ ਆਪਣੀਆਂ ਬਾਹਾਂ 'ਚ ਭਰ ਕੇ ਰੱਜਵਾਂ ਪਿਆਰ ਦੇਵੇ, ਪਰ ਪਿਆਰ ਦਿੰਦਾ ਕੌਣ? ਮੇਰਾ ਪਤੀ ਤਾਂ ਦੁਬਈ ਬੈਠਾ ਸੀ। ਫਿਰ ਇੱਕ ਦਿਨ हाँ भाभी किधर? ਸਕੂਲ ਜਾ ਰਹੀ ਹਾਂ। कहे तो मैं छड़ आना। ਅੱਜ ਤਾਂ ਤੂੰ ਛੱਡ ਦੇਂਗਾ, ਬਾਕੀ ਦਿਨ और मैं तो नित का ड्राइवर बनने तैयार है, तो हुक्म तो कर भाभी। ਅੱਛਾ ਡਰਾਈਵਰ ਜੀ, ਫਿਰ ਤਨਖਾਹ ਕਿੰਨੀ ਲਓਗੇ? जिन्ना तू दे दे। ਚੱਲ ਲੈ ਲਈ ਬਸ ਜਿੰਨਾ ਕਰਾਇਆ। बस जिन्ना कराया बस। ਫਿਰ ਤੂੰ ਕੀ ਚਾਹਨਾ? मैं कैश च विश्वास नहीं रखता, काइंड च विश्वास रखता। ਕਾइंड ਚ ਕੀ ਲਵੇਂਗਾ? ये मैं तेन फिर किस दिन दसूंगा। तू चल आ बैठ। ਨਾ ਭਾਈ, ਤੂੰ ਮੋਟਰਸਾਈਕਲ ਬਹੁਤ ਤੇਜ਼ ਚਲਾਉਣਾ, ਜੇ ਮੈਂ ਡਿੱਗ ਪਈ ਤਾਂ ओ भाभी तू लक नूं चंगी तरह जफ्फे पा के बैठ जी, फिर की मजाल किवें डिग जाएगी। ਉਹ ਮੈਨੂੰ ਰੋਜ਼ ਸਕੂਲ ਛੱਡਣ ਲੱਗਿਆ। ਸਾਡੀਆਂ ਨਜ਼ਦੀਕੀਆਂ ਵੱਧਦੀਆਂ ਗਈਆਂ। ਇੱਕ ਦਿਨ ਮੈਂ ਉਸ ਨੂੰ ਘਰ ਲੈ ਗਈ। ਘਰ ਕੋਈ ਨਹੀਂ ਸੀ। ਬੱਚੀਆਂ ਰਿਸ਼ਤੇਦਾਰੀ 'ਚ ਕਿਤੇ ਗਈਆਂ ਹੋਈਆਂ ਸੀ। ਸਾਨੂੰ ਦੇਖਣ ਵਾਲਾ, ਟੋਕਣ ਵਾਲਾ ਕੋਈ ਨਹੀਂ ਸੀ। ਇਸੇ ਲਈ ਸਮਾਜਿਕ ਮਰਿਆਦਾ ਨੂੰ ਭੁੱਲ ਕੇ ਅਸੀਂ ਖੋ ਗਏ। ਮੈਨੂੰ ਇਉਂ ਲੱਗਿਆ ਜਿਵੇਂ ਵਰਿਆਂ ਤੋਂ ਪਿਆਸੀ ਧਰਤੀ ਦੇ ਮੀਂਹ ਬੂੰਦਾਂ ਪਈਆਂ। ਫਿਰ ਅਚਾਨਕ ਮੱਖਣ ਸਿੰਘ ਵਾਪਸ ਆ ਗਿਆ। ਉਸ ਨੂੰ ਕਿਸੇ ਤੋਂ ਸਾਡੇ ਸੰਬੰਧਾਂ ਦੀ ਭਿਣਕ ਮਿਲ ਗਈ। ਮੈਂ ਉੱਥੇ ਦਿਨ ਰਾਤ ਮਰਦਾ ਰਿਹਾ, ਖਪਦਾ ਰਿਹਾ, ਖੂਨ ਪਸੀਨਾ ਇੱਕ ਕਰਦਾ ਰਿਹਾ। ਤੂੰ ਇੱਥੇ ਮੇਰੀ ਮਿਹਨਤ ਦੀ ਕਮਾਈ ਨਾਲ ਆਇਸ਼ ਕਰਦੀ ਰਹੀ, ਰੰਗ ਰਲੀਆਂ ਮਨਾਉਂਦੀ ਰਹੀ। ਜਦੋਂ ਦਾ ਤੂੰ ਦੁਬਈ ਗਿਆ, ਮੁੜ ਕੇ ਇੱਧਰ ਮੂੰਹ ਨਹੀਂ ਕੀਤਾ। ਔਰਤ ਨੂੰ ਇਕੱਲੇ ਪੈਸੇ ਦੀ ਲੋੜ ਨਹੀਂ ਹੁੰਦੀ, ਹੋਰ ਵੀ ਬਹੁਤ ਲੋੜਾਂ ਹੁੰਦੀਆਂ ਨੇ। ਪਰ ਪਹਿਲਾਂ ਤਾਂ ਤੂੰ ਕਹਿੰਦੀ ਸੀ ਕਿ ਪੈਸੇ ਹੀ ਸਭ ਕੁਝ ਹੁੰਦਾ ਹੈ। ਜਿਹੜੀ ਚੀਜ਼ ਕੋਲ ਨਹੀਂ ਹੁੰਦੀ, ਉਸੇ ਦੀ ਲੋੜ ਮਹਿਸੂਸ ਹੁੰਦੀ ਹੈ। ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਤੂੰ ਜਗ੍ਹਾ ਜਗ੍ਹਾ ਮੂੰਹ ਮਾਰਦੀ ਫਿਰੇ। ਜਗ੍ਹਾ 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 ਕੌਣ ਮੂੰਹ ਮਾਰਦਾ ਹੈ? ਮੇਰੇ ਤਾਲੁਕਾਤ ਨੇ, ਪਰ ਸਿਰਫ ਸ਼ੰਮੀ ਨਾਲ। ਤਾਂ ਫਿਰ ਹੁਣ ਨਹੀਂ ਰਹਿਣਗੇ। की गल कोमल, कादी टेंशन पा रखी है? और खुश रहा कर, तेरा उतरिया चेहरा मैनू चंगा नहीं लगता। ਮੱਖਣ ਵਾਪਸ ਆ ਗਿਆ। ਹਰ ਰੋਜ਼ ਵੱਡੂ ਖਾਊਂ ਕਰਦਾ ਰਹਿੰਦਾ ਹੈ। ਮੈਨੂੰ ਤਾਂ ਡਰ ਹੈ ਕਿ ਤੂੰ ਸਾਨੂੰ ਵੱਖ ਹੀ ਨਾ ਕਰ ਦੇ। ਉਹ ਜੋੜੀਆਂ ਜੱਗ ਥੋੜੀਆਂ ਤੇ ਨਰੜ ਬਥੇਰੇ। ਤੂੰ ਐਵੇਂ ਟੈਨਸ਼ਨ ਨਾ ਲਿਆ ਕਰ, ਖੁਸ਼ ਰਿਹਾ ਕਰ, ਸਾਨੂੰ ਕੋਈ ਵੱਖ ਨਹੀਂ ਕਰ ਸਕਦਾ। ਤੂੰ ਚੱਲ ਜਾ ਕੇ ਉਹਨੂੰ ਵੇਖ। ਦੇਖਣਾ ਕੀ ਹੈ?
ਬਸ ਬੈਠਾ ਸ਼ਰਾਬ ਪੀਂਦਾ ਹੋਣਾ। ਕਿੱਥੋਂ ਆਈਆਂ ਇਸ ਵੇਲੇ? ਤੈਨੂੰ ਪਤਾ ਕਿੱਥੋਂ ਆ ਰਹੀ ਹਾਂ ਮੈਂ? ਤਾਂ ਫੇਰ ਤਾਂ ਤੈਨੂੰ ਇਹ ਵੀ ਪਤਾ ਹੋਏਗਾ ਕਿ ਉਸ ਨੂੰ ਮਿਲਣ ਤੋਂ ਮਨਾ ਕੀਤਾ ਮੈਂ ਤੈਨੂੰ। ਤੂੰ ਕੌਣ ਹੁੰਦਾ ਮੈਨੂੰ ਰੋਕਣ ਵਾਲਾ? ਮੈਂ ਕੌਣ ਹੁੰਦਾ? ਖਸਮ ਹੈ ਮੈਂ ਤੇਰਾ ਜਗਨ ਔਰਤ। ਕੁੱਤ ਛੱਡ ਕੁੱਤੇ। ਤੂੰ ਮੈਨੂੰ ਕੁੱਤਾ ਆਖਦੀ ਹੈ ਰਾਮ ਸਦੀ। ਇੱਕ ਕੀਤਾ ਤੂੰ? ਮਰਿਆ ਨਹੀਂ, ਬੇਹੋਸ਼ ਹੈ ਹਲੇ। ਇਹੋ ਮੌਕਾ ਹੈ, ਆਪਾਂ ਇਸ ਦਾ ਕੰਡਾ ਹਮੇਸ਼ਾ ਲਈ ਕੱਢ ਦਈਏ। ਪਾਗਲ ਹੈ ਤੂੰ? ਪਾਗਲ ਨਹੀਂ ਆ ਮੈਂ, ਪਾਗਲ ਹੋ ਜਾਵਾਂਗੀ ਜੇ ਮੈਨੂੰ ਇਸੇ ਤਰ੍ਹਾਂ ਮਾਰਦਾ ਰਿਹਾ। ਕੁੱਟ ਦੇ ਗਲਾ ਇਸ ਦਾ, ਮਰਦ ਬਣ ਮਰਦ। ਪਰ ਕੋਮਲ, ਸ਼ੰਮੀ ਸਾਂਭ ਲੈ ਮੌਕੇ ਨੂੰ, ਕੁੱਟ ਦੇ ਗਲਾ ਇਸ ਦਾ, ਛੁਟਕਾਰਾ ਦਵਾ ਦੇ ਮੈਨੂੰ ਇਸ ਦੀ ਦਰਿੰਦਗੀ ਤੋਂ। ਅਸੀਂ ਉਸ ਦੀਆਂ ਸਿਰ ਤੇ ਬਾਹਾਂ ਵੱਢ ਦਿੱਤੀਆਂ ਤੇ ਸਿਰ ਵੱਡੀ ਲਾਸ਼ ਬੋਰੀ 'ਚ ਪਾ ਕੇ ਖਾਲੀ ਪਲਾਟ 'ਚ ਸੁੱਟ ਦਿੱਤੀ। ਸਿਰ ਤੇ ਬਾਹਾਂ ਜ਼ਮੀਨ 'ਚ ਦੱਬ ਦਿੱਤੀਆਂ। ਇਹ ਸਿਰ ਵੱਢਣ ਦਾ ਤੁਕ ਤਾਂ ਮੈਨੂੰ ਸਮਝ ਆਉਂਦਾ ਮੈਡਮ, ਪਰ ਤੁਸੀਂ ਬਾਹਾਂ ਕਿਉਂ ਵੱਢੀਆਂ? ਇਹ ਗੱਲ ਸਮਝ ਨਹੀਂ ਆਈ। ਉਹਦੀਆਂ ਬਾਹਾਂ ਤੇ ਉਹਦਾ ਨਾਂ ਲਿਖਿਆ ਹੋਇਆ ਸੀ। ਅੱਛਾ, ਤੇ ਤੁਸੀਂ ਸੋਚਿਆ ਵੀ ਸ਼ਨਾਖਤ ਨਹੀਂ ਹੋਏਗੀ ਤੇ ਤੁਸੀਂ ਫੜੇ ਨਹੀਂ ਜਾਓਗੇ, ਪਰ ਪੈਰ ਤੇ ਡਿੱਗੀਆਂ ਤੇਜ਼ਾਬ ਦੀਆਂ ਕੁਝ ਬੂੰਦਾਂ ਨੇ ਤੁਹਾਡੇ ਮਨਸੂਬਿਆਂ ਤੇ ਪਾਣੀ ਫੇਰਤਾ ਮੈਡਮ। ਕਿਉਂ? ਦੋਸ਼ੀ ਦੀ ਇੱਕੋ ਗਲਤੀ ਉਸ ਨੂੰ ਲੈ ਜਾਂਦੀ ਹੈ ਜੇਲ੍ਹ ਦੀਆਂ ਸਲਾਖਾਂ ਪਿੱਛੇ। ਇਸ ਕਹਾਣੀ ਵਿੱਚ ਵੀ ਸਿਰ ਵੱਡੀ ਲਾਸ਼ ਨੂੰ ਤੇਜ਼ਾਬ ਨਾਲ ਸਾੜਨ ਦੀ ਕੀਤੀ ਗਈ ਕੋਸ਼ਿਸ਼, ਪਰ ਕੋਮਲ ਦੇ ਪੈਰ ਤੇ ਪਈਆਂ ਤੇਜ਼ਾਬ ਦੀਆਂ ਕੁਝ ਬੂੰਦਾਂ ਨੇ ਮੁਲਜ਼ਮਾਂ ਦੇ ਮਨਸੂਬਿਆਂ ਤੇ ਫੇਰ ਦਿੱਤਾ ਪਾਣੀ। ਇਹ ਤੇਜ਼ਾਬ ਜੋ ਪਹਿਲਾਂ ਪੈਸੇ ਲਈ ਬਣਿਆ ਤੇ ਫਿਰ ਸਰੀਰ ਭੁੱਖ ਲਈ, ਤੇ ਇਹੀ ਤੇਜ਼ਾਬ ਗਲੇ ਦਾ ਫੰਦਾ ਬਣ ਗਿਆ।